ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨਾਲ ਦਾਸ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਫਲਸਫਾ ਹੈ, ਜੋ ਸੁਣਿਆ ਹੈ, ਉਹਦੇ ਬਾਰੇ ਬਹੁਤ ਹੀ ਸੰਖੇਪ ਦੇ ਵਿੱਚ ਵਿਚਾਰ ਸਾਂਝੇ ਕਰਨਾ ਚਾਹੇਗਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ ਉਹ ਸਿਰਫ ਸਿੱਖਾਂ ਲਈ ਨਹੀਂ ਹੈ। ਇਹ ਸਿਰਫ ਧਰਮ ਨਾਲ ਸੰਬੰਧਿਤ ਨਹੀਂ ਹੈ, ਸਿਰਫ ਧਰਮ ਨਾਲ ਸੰਬੰਧਿਤ ਨਹੀਂ ਹੈ। ਪਹਿਲੀ ਤਾਂ ਗੱਲ ਹੈ ਕਿ ਗੁਰੂ ਸਾਹਿਬ ਨੇ ਜੋ ਇਹ ਫਲਸਫਾ ਹੈ ਇਹ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਦਿੱਤਾ ਹੈ। ਦੂਸਰੀ ਗੱਲ ਕਿ ਜ਼ਾਹਰ ਹੈ ਕਿ ਧਾਰਮਿਕ ਫਲਸਫਾ ਹੈ, ਲੇਕਿਨ ਧਰਮ ਦੇ ਵਿੱਚ ਸੀਮਿਤ ਨਹੀਂ ਹੈ। ਇਸ ਫਲਸਫੇ ਸਮੁੱਚੀ ਜੀਵਨ ਜਾਂਚ ਹੈ ਕਿ ਪੂਰਾ ਤੁਹਾਨੂੰ ਜੀਵਨ ਜੀਣ ਦਾ ਜਿਹੜਾ ਸਹੀ ਢੰਗ ਜਿਹੜਾ ਹੈ ਸਮਝਾਇਆ ਜਾਂਦਾ ਹੈ। ਤੋ ਹਰ ਇੱਕ ਮਨੁੱਖ ਦੇ ਜਿਹੜੇ ਜੀਵਨ ਦੇ ਚਾਰ ਪੱਖ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਚਾਰ ਪਦਾਰਥ ਕਿਹਾ ਗਿਆ। ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਫਲਸਫਾ ਹੈ ਉਹ ਚਾਰਾਂ ਨੂੰ ਹੀ ਸੰਬੋਧਿਤ ਹੈ। ਹੁਣ ਚਾਰ ਪਦਾਰਥ ਕਿਹੜੇ ਨੇ? ਧਰਮ, ਅਰਥ, ਕਾਮ ਔਰ ਮੋਕਸ਼। ਧਰਮ ਕੀ ਹੈ? ਧਰਮ ਦਾ ਮਤਲਬ ਨਿਯਮ ਹੈ। ਧਰਮ ਦਾ ਮਤਲਬ ਹੈ ਸਹੀ ਔਰ ਗਲਤ ਦੀ ਪਹਿਚਾਣ ਹੈ। ਮਹਾਭਾਰਤ ਦੇ ਵਿੱਚ ਧਰਮ ਦੇ ਜਿਹੜੇ 10 ਪਸਾਰ ਦੱਸੇ ਗਏ ਆ। ਕੋਈ ਵੀ ਚੰਗਾ ਜਿਹੜਾ ਮਨੁੱਖੀ ਗੁਣ ਉਹਨੂੰ ਧਰਮ ਕਿਹਾ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਧਰਮ ਦੀ ਪਰਿਭਾਸ਼ਾ ਹੈ ਉਹ ਸੁਖਮਨੀ ਸਾਹਿਬ ਦੇ ਵਿੱਚ ਹੈ, ਸਰਵ ਧਰਮ ਮੇਂ ਸ਼੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰੋ। ਅਰਥਾਤ ਇੱਕ ਚੰਗੇ ਕੰਮ ਜਿਹੜੇ ਮਨੁੱਖ ਕਰੇ ਇਹੀ ਧਰਮ ਦੀ ਪ੍ਰੇਰਨਾ ਹੈ। ਤੋ ਇਹ ਤਾਂ ਹਰ ਇੱਕ ਮਨੁੱਖ ਲਈ ਹੈ, ਕੋਈ ਇਕੱਲੇ ਸਿੱਖ ਜਾਂ ਕਿਸੇ ਹਿੰਦੂ ਜਾਂ ਮੁਸਲਮਾਨ ਜਾਂ ਈਸਾਈ। ਧਰਮ ਜਿਹੜਾ ਹੈ ਇਹ ਉਹ ਪੰਥ ਨੇ, ਪੰਥ ਮਜ਼ਹਬ ਨੇ। ਉਹਦੇ ਨਾਲੋਂ ਫਰਕ ਸਮਝੋ ਕਿ ਧਰਮ ਜਿਹੜਾ ਹੈ ਉਹ ਵਿਆਪਕ ਹੈ, ਸਾਰਿਆਂ ਲਈ, ਸਾਰੇ ਮਨੁੱਖਾਂ ਲਈ ਬਣਿਆ। ਤੋ ਗੁਰੂ ਸਾਹਿਬ ਨੇ ਜਿਹੜਾ ਹੈ ਜੋ ਆਪਣਾ ਸੁਣਿਆ ਹੈ ਉਹ ਕਿਸੇ ਇੱਕ ਮਜ਼ਹਬ ਜਾਂ ਇੱਕ ਜਾਤ, ਇੱਕ ਖਿੱਤੇ, ਇੱਕ ਵਰਗ, ਇਹਨਾਂ ਸਾਰੀਆਂ ਜੋ ਮਨੁੱਖੀ ਸੀਮਤਾਈਆਂ ਨੇ ਇਹਨਾਂ ਤੋਂ ਉੱਪਰ ਉੱਠ ਕੇ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਜਿਹੜਾ ਹੈ ਇਹ ਫਲਸਫਾ ਦਿੱਤਾ ਹੈ। ਤੋ ਧਰਮ ਜਿਹੜਾ ਹੈ ਇਹ ਸਭ ਤੋਂ ਬੁਨਿਆਦੀ ਜਿਹੜੀ ਚੀਜ਼ ਹੈ। ਕਿ ਅੱਜ ਦਾ ਜੋ ਕੀ ਹੈ ਸਮੱਸਿਆ, ਜੋ ਅੱਜ ਆਪਾਂ ਦੁਨੀਆ 'ਚ ਦੇਖ ਰਹੇ ਕਿ ਅੱਜ ਮਾਇਆਧਾਰੀ ਜੋ ਪਦਾਰਥ ਦਾ ਬੋਲਬਾਲਾ ਹੈ, ਜਿਹੜਾ ਪੱਛਮੀ ਜਿਹੜੀ ਸੱਭਿਅਤਾ ਹੈ, ਜਿਹੜੀ ਹੁਣ ਭਾਰੂ ਹੈ ਸਾਡੇ ਸਾਰਿਆਂ 'ਤੇ, ਇਹ ਪਦਾਰਥਵਾਦੀ ਨਰੋਲ ਮਾਇਆ। ਪਦਾਰਥ ਕੋਈ ਮਾੜੀ ਚੀਜ਼ ਨਹੀਂ ਹੈ, ਲੇਕਿਨ ਇਹਦੇ ਵਿੱਚ ਅਸਤੁਲਨ ਹੋ ਗਿਆ ਕਿ ਬੈਲੈਂਸ ਜਿਹੜਾ ਟੁੱਟ ਗਿਆ ਔਰ ਗਲਤ ਦੀ ਧਾਰਨਾ ਤੇ ਖੜੀ ਹੈ। ਇਹ ਜਿਹੜੀ ਪੱਛਮੀ ਸੱਭਿਅਤਾ ਹੈ ਉਹ ਕਹਿੰਦੇ ਕਿ ਜਿਹੜਾ ਆਰਥਿਕਤਾ ਜਿਹੜੀ ਹੈ, ਪੈਸਾ ਜਿਹੜਾ ਹੈ, ਇਹ ਸਮਾਜ ਦੀ ਬੁਨਿਆਦ ਹੈ, ਸ੍ਰਿਸ਼ਟੀ ਦੀ ਬੁਨਿਆਦ ਹੈ। ਤੋ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ ਇਸ ਗਲਤ ਧਾਰਨਾ ਨੂੰ ਮੂਲੋਂ ਹੀ ਰੱਦ ਕਰਦਾ ਕਿ ਇਹ ਸ੍ਰਿਸ਼ਟੀ ਜਿਹੜੀ ਹੈ ਪੈਸੇ ਨਾਲ ਕਾਇਮ ਨਹੀਂ ਹੈ, ਇਹ ਧਰਮ ਨਾਲ ਕਾਇਮ ਹੈ। ਤੋ ਗੁਰੂ ਸਾਹਿਬ ਨੇ ਜਿਹੜਾ ਹੈ ਕਿਹਾ ਕਿ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ। ਕਿ ਅਗਰ ਇਹ ਸ੍ਰਿਸ਼ਟੀ ਕਾਇਮ ਹੈ ਤਾਂ ਉਹ ਜਿਹੜਾ ਧੌਲਾ ਬਲਦ ਜਿਸ ਤਰ੍ਹਾਂ ਧਰਤੀ ਦੇ ਉਹਦੇ ਦੋ ਸਿੰਗਾਂ ਤੇ ਜਿਹੜੇ ਇਹ ਅਸੀਂ ਕਹਿੰਦੇ ਹਾਂ ਕਿ ਇਹ ਸ੍ਰਿਸ਼ਟੀ ਜਿਹੜੀ ਹੈ ਜੇ ਧਰਤੀ ਉਹਦੇ ਤੇ ਸਿਰ ਤੇ ਸਥਿਰ ਹੈ, ਸਟੇਬਲ ਹੈ। ਤਾਂ ਹੁਣ ਉਹ ਦੋ ਕਿਹੜੇ ਨੇ? ਉਹ ਜਿਹੜੇ ਦੋ ਸਿੰਘ, ਦਇਆ ਔਰ ਧਰਮ। ਧਰਮ ਹੈ ਅਰਥਾਤ ਗੁਰੂ ਸਾਹਿਬ ਨੇ ਜਿਹੜੀ ਬੁਨਿਆਦੀ ਖੰਡਨ ਕਰਤਾ ਕਿ ਪੈਸੇ ਨਾਲ ਨਹੀਂ ਦੁਨੀਆ ਦੀ ਸ੍ਰਿਸ਼ਟੀ ਕਾਇਮ ਹੈ, ਧਰਮ ਦੇ ਸਿਰ ਤੇ ਕਾਇਮ ਹੈ। ਤਾਂ ਧਰਮ ਜਿਹੜੀ ਚੀਜ਼ ਹੈ ਇਹ ਮਨੁੱਖ ਲਈ ਜੋ ਹੈ ਬੁਨਿਆਦੀ ਹੈ ਕਿ ਜਿਹੜਾ ਕੁਦਰਤ ਦਾ ਜਿਹੜਾ ਅਨੁਸ਼ਾਸਨ ਹੈ, ਜਿਹੜਾ ਜਿਹਨੂੰ ਅਸੀਂ ਹੁਕਮ ਵੀ ਕਹਿੰਦੇ ਹਾਂ, ਹੁਕਮ ਦੇ ਵਿੱਚ ਰਹਿਣਾ, ਇਹੀ ਧਰਮ ਹੈ ਬੰਦੇ ਦਾ। ਕਿ ਕੁਦਰਤ ਦੇ ਨਾਲ ਜਿਹੜਾ ਹੈ ਸਹਿ ਹੋਣ, ਜਿਹੜੀ ਹੈ ਕੁਦਰਤ ਦੇ ਅਨੁਕੂਲ ਜੀਵਨ ਜੀਣਾ ਜਿਹੜਾ ਹੈ ਇਹ ਮਨੁੱਖ ਦਾ ਜਿਹੜਾ ਧਰਮ ਦਾ ਬੁਨਿਆਦੀ ਜਿਹੜਾ ਸਿਧਾਂਤ ਹੈ। ਤੋ ਇਹ ਚੀਜ਼ ਗੁਰੂ ਸਾਹਿਬ ਜਿਹੜੇ ਨੇ ਜਪਜੀ ਸਾਹਿਬ ਦੇ ਵਿੱਚ ਆਪੇ ਸਵਾਲ ਕਰਦੇ ਨੇ, ਆਪੇ ਉਹਦਾ ਜਵਾਬ ਦਿੰਦੇ ਨੇ। ਕਿਵ ਸਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ। ਕਿ ਸਹੀ ਜੀਵਨ ਦਾ ਕੀ ਹੈ ਢੰਗ,
ਇਹ ਗੁਰੂ ਸਾਹਿਬ ਆਪਣੇ ਆਪ ਨੂੰ ਸਵਾਲ ਕਰ ਰਹੇ ਕਿਉਂ ਸਜਾਰਾ ਹੋਈਏ, ਕਿਉਂ ਕੂੜੇ ਟੁੱਟੇ ਪਾਸ, ਝੂਠ ਦੀ ਜਿਹੜੀ ਦੀਵਾਰ ਹੈ ਜਾਂ ਝੂਠ ਦਾ ਪਰਦਾ ਕਿਸ ਤਰ੍ਹਾਂ ਦੇ ਉਠਾਇਆ ਜਾ ਸਕਦਾ। ਉਹਦਾ ਜਵਾਬ ਵੀ ਆਪ ਹੀ ਦਿੰਦੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਹੈ ਹੁਕਮ ਜਿਹੜਾ ਹੈ, ਕੁਦਰਤ ਦਾ ਜਿਹੜਾ ਨਿਯਮ ਨੇ ਉਹਨਾਂ ਦੇ ਅਨੁਸਾਰ ਜੀਣਾ, ਇਹੀ ਮਨੁੱਖ ਦਾ ਅਸਲੀ ਧਰਮ ਹੈ। ਤੋ ਜਿਸ ਤੋਂ ਕਿ ਅੱਜ ਜਿਹੜਾ ਹੈ ਜ਼ਾਹਰ ਹੈ ਕਿ ਜਿਹੜੀ ਪੱਛਮੀ ਮਾਇਆਧਾਰੀ ਜਿਹੜੀ ਸਭਿਅਤਾ ਹੈ ਉਹ ਉਸ ਤੋਂ ਦੂਰ ਕਰ ਰਹੀ ਹੈ ਸਾਨੂੰ। ਤੋ ਇਹ ਹੈ ਧਰਮ। ਦੂਸਰਾ ਜਿਹੜਾ ਅਰਥ, ਠੀਕ ਹੈ, ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਪੈਸੇ ਦੀ ਕੋਈ ਲੋੜ ਨਹੀਂ ਹੈ, ਪੈਸਾ ਵੀ ਅਰਥ ਜਿਹੜੀ ਆਰਥਿਕਤਾ ਇਕਨੋਮਿਕਸ ਇਹ ਵੀ ਇੱਕ ਜੀਵਨ ਦੀ ਸੱਚਾਈ ਹੈ। ਲੇਕਿਨ ਗੱਲ ਇਹ ਹੈ ਕਿ ਕਿਹੜਾ ਬੁਨਿਆਦੀ ਫਾਊਂਡੇਸ਼ਨ ਕੀ ਹੈ, ਇਹ ਇੱਥੇ ਫਰਕ ਹੈ ਵੀ ਕਿ ਪੈਸਾ ਹੈ ਬੁਨਿਆਦ ਕਿ ਧਰਮ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਧਰਮ ਬੁਨਿਆਦ ਹੈ। ਤੇ ਲੇਕਿਨ ਪੈਸੇ ਦੀ ਵੀ ਜਿਹੜੀ ਮਹੱਤਤਾ ਉਸ ਨੂੰ ਜਿਹੜਾ ਇਸੇ ਕਰਕੇ ਅਰਥ ਦੀ ਵੀ ਗੱਲ ਹੈ। ਉਸ ਤੋਂ ਬਾਅਦ ਕਾਮਨਾਵਾਂ ਤੋਂ ਜਿਹੜਾ ਸ਼ਬਦ ਬਣਿਆ, ਅੰਗਰੇਜ਼ੀ 'ਚ ਉਹਨੂੰ ਕੋਈ ਪੈਸ਼ਨਸ, ਤੁਹਾਡੀਆਂ ਖਾਸ਼ਾਂ ਜਿਹੜੀ, ਇਹ ਵੀ ਇੱਕ ਜਿਹੜੀ ਮਨੁੱਖ ਜਿਹੜੀ ਚੱਲ ਰਿਹਾ, ਇਹ ਵੀ ਕੁਦਰਤ ਨੇ ਤੁਹਾਡੇ ਅੰਦਰ ਰੱਖੀ ਹੈ ਚੀਜ਼ ਜਿਹੜੀ ਕਿ ਇਹ ਅਗਰ ਕਿਸੇ ਬੰਦੇ ਦੇ ਵਿੱਚ ਕੋਈ ਡਰਾਈਵ ਹੀ ਨਾ ਹੋਵੇ, ਕੋਈ ਕਰਨ ਦੀ ਜਿਹੜੀ ਸ਼ਕਤੀ ਨਾ ਹੋਵੇ, ਉਹਦੇ ਭਾਵਨਾ ਨਾ ਹੋ, ਤਾਂ ਫਿਰ ਵੀ ਨਹੀਂ ਸੰਸਾਰ ਨੇ ਚੱਲ ਸਕਦਾ। ਲੇਕਿਨ ਕਾਮ ਨੂੰ ਜਿਹੜਾ ਹੈ ਕਿੱਥੇ ਜਦੋਂ ਮਾੜਾ ਹੋ ਜਾਂਦਾ ਕਾਮ, ਜਦੋਂ ਉਹ ਕੰਟਰੋਲ ਤੋਂ ਬਾਹਰ ਹੈ, ਕੋਈ ਨਿਯੰਤਰਣ ਤੋਂ ਕੋਈ ਚੀਜ਼ ਬਾਹਰ। ਤਾਂ ਗੁਰਬਾਣੀ ਕੀ ਕਹਿੰਦੀ ਹੈ ਕਿ ਕਾਮ ਇੱਕ ਸ਼ਕਤੀ ਹੈ, ਲੇਕਿਨ ਜਦੋਂ ਇਹ ਤੁਹਾਡੇ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਫਿਰ ਇਹ ਬੰਦੇ ਦਾ ਵਿਨਾਸ਼ ਕਰਦੀ ਹੈ। ਲੇਕਿਨ ਜੇ ਇਹਨੂੰ ਕਾਬੂ ਕਰ ਲਿਆ ਜਾਏ ਤਾਂ ਇਹ ਕੰਮ ਦੀ ਚੀਜ਼ ਹੈ। ਕਾਮ ਕ੍ਰੋਧ ਦੋਏ ਕਰੋ ਬਸੋਲੇ, ਗੋਡੋ ਧਰਤੀ ਪਾਈ। ਕਾਮ ਜਿਹੜਾ ਕ੍ਰੋਧ ਨੇ, ਇਹ ਦੋਨੋਂ ਸ਼ਕਤੀਆਂ ਨੇ, ਕੁਦਰਤ ਨੇ ਤੁਹਾਡੇ 'ਚ ਰੱਖੀਆਂ, ਲੇਕਿਨ ਅਸੀਂ ਇਹਦਾ ਦੁਰਉਪਯੋਗ ਕਰਦੇ ਹਾਂ। ਤੇ ਬਸੋਲੇ ਦਾ ਮਤਲਬ ਰੰਬੇ। ਹੁਣ ਜੇ ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਕਾਬੂ ਕਰ ਲਿਆ ਜਾਏ, ਔਰ ਚੰਗੇ ਕੰਮ ਦਾ ਇਹ ਜਿਹੜੀ ਸ਼ਕਤੀ ਹੈ ਕੁਦਰਤ ਨੇ ਦਿੱਤੀ ਹੈ, ਇਸ ਨੂੰ ਕਾਮ ਕ੍ਰੋਧ ਦੋਏ ਕਰੋ ਬਸੋਲੇ, ਗੋਡੋ ਧਰਤੀ ਪਾਈ, ਇਹਨੂੰ ਚੰਗੇ ਕੰਮ ਲਾ ਦਿਓ, ਤੇ ਫਿਰ ਉਹ ਸ਼ਕਤੀ ਦੇ ਨਾਲ ਇਹ ਤੁਹਾਨੂੰ ਤਬਾਹ ਕਰਨ ਦੀ ਬਜਾਏ ਕੋਈ ਕਿਸੇ ਦਾ ਆਪਣਾ ਜਾਂ ਤੁਹਾਡਾ ਜਾਂ ਸਮਾਜ ਦਾ ਸਵਾਰੇਗੀ। ਤੋ ਆਖਰੀ ਚੀਜ਼ ਜਿਹੜੀ ਹੈ ਚਾਰ ਪਦਾਰਥਾਂ ਜੋ ਹੈ ਮੋਕਸ਼, ਮੋਕ ਜਿਹਨੂੰ ਮੁਕਤੀ। ਹੁਣ ਮੁਕਤੀ ਦਾ ਜਿਹੜਾ ਸੰਕਲਪ ਹੈ ਗੁਰਬਾਣੀ ਦੇ ਵਿੱਚ, ਉਹ ਜਿਹੜੀ ਭਾਰਤੀ ਚਿੰਤਨ 'ਚ ਪਹਿਲਾਂ ਜਿਹੜਾ ਆ ਰਿਹਾ ਸੀ ਉਦੋਂ ਵੱਖਰਾ ਹੈ। ਕਿ ਅਸੀਂ ਕਹਿੰਦੇ ਜੀ ਮੁਕਤ ਬੰਦਾ ਉਹ ਹੈ ਜਿਹੜਾ ਦੁਨੀਆਦਾਰੀ ਨੂੰ ਛੱਡ ਕੇ ਸੰਨਿਆਸ ਲੈ ਲੇ, ਦੁਨੀਆਦਾਰੀ ਤੋਂ ਬਾਹਰ ਹੋ ਜਾਏ। ਗੁਰੂ ਸਾਹਿਬ ਇਸ ਦਾ ਬਿਲਕੁਲ ਖੰਡਨ ਕਰਦੇ ਕਿ ਨਹੀਂ, ਮੁਕਤੀ ਜਿਹੜੀ ਹੈ ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਹਸੰਦਿਆਂ ਖਾਂਦਿਆਂ ਪੈਨਦਿਆਂ ਵਿੱਚੇ ਹੋਵੇ ਮੁਕਤ। ਕਿ ਜੀਵਨ ਦੀ ਸਮੁੱਚਤਾ ਦੇ ਵਿੱਚ ਜਿਹੜੀ ਹੈ, ਇਹ ਨਹੀਂ ਹੈ ਕਿ ਆਪਣੀਆਂ ਸਮਾਜਿਕ ਔਰ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਭੱਜ ਕੇ ਮੁਕਤੀ ਹੁੰਦੀ ਹੈ, ਬਲਕਿ ਆਪਣੀਆਂ ਸਮਾਜਿਕ ਔਰ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਜੀਵਨ ਦੀ ਸਮੁੱਚਤਾ ਦੇ ਵਿੱਚ ਜਿਹੜੀ ਹੈ ਇਹ ਮੁਕਤੀ ਦਾ ਮਾਰਗ ਹੈ। ਫਿਰ ਕੀ ਹੈ ਮੁਕਤ ਹੋਣ ਦਾ ਮਤਲਬ? ਮੁਕਤ ਹੋਣ ਦਾ ਮਤਲਬ ਹੈ ਕਿ ਆਪਣੀ ਅਸਲੀਅਤ ਨੂੰ, ਕਿ ਮੈਂ ਕੀ ਚੀਜ਼ ਹਾਂ, ਮੇਰਾ ਜੀਵਨ 'ਚ ਕੀ ਮੰਤਵ ਹੈ, ਇਸ ਨੂੰ ਪਛਾਣਨਾ ਜਿਹੜਾ ਮੁਕਤੀ ਹੈ। ਕਿ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਨ, ਆਪਣੀ ਸੱਚਾਈ ਨੂੰ ਸਮਝ ਲੈਣਾ। ਜਿਹੜਾ ਮਨੁੱਖ ਆਪਣੀ ਸੱਚਾਈ ਨੂੰ ਸਮਝ ਗਿਆ ਉਹ ਮੁਕਤ ਹੋ ਗਿਆ ਗੁਰਬਾਣੀ ਅਨੁਸਾਰ। ਤੋ ਇਹ ਜਿਹੜੀ ਚੀਜ਼ ਹੈ, ਇਹ ਚਾਰ ਜਿਹੜੇ ਨੇ ਸਾਡੇ ਜਿਹੜੇ ਪਦਾਰਥਾਂ ਦੇ ਜਿਹੜੀ ਸਮੁੱਚਾ ਜਿਹੜਾ ਸਾਡਾ ਫਲਸਫਾ ਹੈ, ਇਹਨਾਂ ਨੂੰ ਸੰਬੋਧਿਤ ਹੈ। ਤੋ ਕੋਈ ਵੀ ਜਿਹੜਾ ਹੈ ਸਵਾਲ, ਕੋਈ ਸ਼ੰਕਾ ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ, ਤੋ ਅਗਰ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣਾ ਚਾਹੁੰਦਾ ਹੈ, ਤਾਂ ਹਰ ਸਵਾਲ ਦਾ ਜਵਾਬ ਹੈ, ਹਰ ਇੱਕ ਸ਼ੰਕਾ ਨਿਵਾਰਨ ਦੀ ਸਮਰੱਥਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਲੇਕਿਨ ਸ਼ਰਤ ਕੀ ਹੈ? ਸ਼ਰਤ ਇਹ ਹੈ ਕਿ ਤੁਸੀਂ ਮਨਮੁਖ ਤੋਂ ਗੁਰਮੁਖ ਬਣੋ। ਹੁਣ ਮਨਮੁਖ ਤੇ ਗੁਰਮੁਖ 'ਚ ਕੀ ਫਰਕ ਹੈ? ਮਨਮੁਖ ਦਾ ਜਿਹਦਾ ਮੁਖ ਮਨ ਵੱਲ ਹੈ, ਜਿਹੜਾ ਬੰਦਾ ਆਪਣੇ ਸਵਾਲਾਂ ਜਾਂ ਆਪਣੇ ਸ਼ੰਕਿਆਂ ਦਾ ਜਵਾਬ ਆਪਣੇ ਮਨ ਤੋਂ ਲੱਭ ਰਿਹਾ, ਉਹ ਸੇਧ ਜਿਹੜਾ ਆਪਣੇ ਜੀਵਨ ਦੀ ਸੇਧ ਮਨ ਤੋਂ ਜਿਹੜਾ ਲੈ ਰਿਹਾ, ਉਹ ਮਨਮੁਖ ਹੈ। ਪਰ ਇਹ ਸਮੱਸਿਆ ਕੀ ਹੈ ਕਿ ਮਨ ਜਿਹੜਾ ਹੈ, ਕੋਈ ਚੀਜ਼ ਤੁਹਾਨੂੰ ਤਾਂ ਹੀ ਸੇਧ ਦੇ ਸਕਦੀ ਹੈ ਜੋ ਸਥਿਰ ਹੋਵੇ। ਜਿਹੜੀ ਚੀਜ਼ ਆਪ ਹੀ ਡਾਵਾਂ ਡੋਲ ਹੈ, ਉਹ ਤੁਹਾਨੂੰ ਜਿਹੜਾ ਕਿਸ ਤਰ੍ਹਾਂ
ਉਹਦੇ ਤੋਂ ਤੁਸੀਂ ਕੀ ਸੇਧ ਲਓਗੇ ਜਿਹਦਾ ਕੋਈ ਪਤਾ ਹੀ ਨਹੀਂ ਉਹਨੇ ਹੁਣ ਕੀ ਕਹਿਣਾ। ਤੋ ਮਨ ਦੀ ਜਿਹੜੀ ਅਵਸਥਾ ਹੀ ਹੈ ਕਿ ਮਨ ਜਿਹੜਾ ਹੈਗਾ ਇਹਦੀ ਨੇਚਰ ਜਿਹੜੀ ਇਹਦੀ ਫਿਤਰਤ ਇਹ ਅਸਥਿਰ ਹੈ। ਮਨ ਜਿਹੜਾ ਕੀ ਹੁੰਦਾ, ਮਨ ਜਿਹੜਾ ਦੋ ਚੀਜ਼ਾਂ ਜਿਹੜੀਆਂ ਮਨ ਦੀਆਂ ਗੁਰਬਾਣੀ ਜਿਹੜੀਆਂ ਦੱਸੀਆਂ ਗਈਆਂ ਸਾਨੂੰ ਕਿ ਇੱਕ ਤਾਂ ਮਨ ਜਿਹੜਾ ਹਰਖ ਤੇ ਸੋਗ 'ਚ ਰਹਿੰਦਾ, ਕਦੀ ਇਹ ਨਹੀਂ ਹੁੰਦਾ ਬੈਲੈਂਸ 'ਚ ਨਹੀਂ ਜਾਂਦਾ, ਜਾਂ ਐਕਸਾਈਟ ਜਿਹਨੂੰ ਅੰਗਰੇਜ਼ੀ 'ਚ ਐਕਸਾਈਟ ਹੋ ਜਾਂਦਾ ਜਾਂ ਡਿਪਰੈਸ ਹੋ ਜਾਂਦਾ। ਤੇ ਇਹ ਇਸ ਚੱਕਰ 'ਚ ਉੱਪਰ ਥੱਲੇ 1 ਮਿੰਟ 'ਚ ਆਪਾਂ ਇੱਥੇ ਬੈਠੇ ਆਪਾਂ ਕਹਿੰਦੇ ਬੜਾ ਵਧੀਆ ਚੱਲ ਰਿਹਾ ਜੀ, ਬੜਾ ਵਧੀਆ, ਬੱਚੇ ਵੀ ਕੈਨੇਡਾ ਭੇਜਦੇ, ਉਹ ਵੀ ਕਮਾ ਕੇ ਪੈਸੇ ਭੇਜਦੇ, ਵੀ ਸਭ ਕੁਝ ਸਾਡਾ ਠੀਕ ਚੱਲ ਰਿਹਾ। ਬੰਦਾ ਇੱਕ ਸੈਕਿੰਡ ਬੈਠਾ ਇਹ ਮਨ ਦੀ ਅਵਸਥਾ ਹੈ, ਇਹ ਹੈਗਾ ਹਰਖ ਐਕਸਾਈਟਮੈਂਟ। ਦੂਜਾ ਹੀ ਪਲ 'ਚ ਮਨ ਤੁਹਾਨੂੰ ਥੱਲੇ ਸੁੱਟ ਦੇਗਾ, ਉਹ ਕੋਈ ਕੁਝ ਨਹੀਂ ਹੋਇਆ, ਕੋਈ ਨਾ ਮੇਰੀ ਬੰਦਾ ਕਹਿੰਦਾ ਨਾ ਮੇਰੀ ਜਨਾਨੀ ਗੱਲ ਸੁਣਦੀ ਆ, ਨਾ ਮੇਰੇ ਬੱਚੇ ਗੱਲ ਸੁਣਦੇ ਆ, ਮੈਂ ਆਪਣਾ ਜੀਵਨ ਮੇਰਾ ਤਾਂ ਵਿਅਰਥ ਚਲਾ ਗਿਆ। ਹੁਣ 1 ਮਿੰਟ ਦਾ ਬੰਦਾ ਕਹਿ ਰਿਹਾ ਸੀਗਾ ਕਿ ਮੈਂ ਸਭ ਮੇਰੇ ਵਰਗਾ ਕੋਈ ਹੈ ਨਹੀਂ, ਮੈਂ ਸਭ ਕੁਝ ਕਾਮਯਾਬ ਮੇਰੇ ਦੂਜਾ ਹੀ ਉਹ ਕਹਿੰਦਾ ਮੇਰੇ ਦਾ ਸਾਰਾ ਕੁਝ ਚਲਾ ਗਿਆ। ਇਹ ਹੈ ਮਨ, ਹਰਖ ਤੇ ਸੋਗ, ਐਕਸਾਈਟਮੈਂਟ, ਡਿਪਰੈਸ਼ਨ। ਦੂਸਰੀ ਚੀਜ਼ ਕੀ ਮਨ ਦੀ ਸਮੱਸਿਆ ਹੈਗੀ ਕਿ ਮਨ ਜਿਹੜਾ ਜੇ ਆਪਾਂ ਹੁਣ ਇੱਥੇ ਬੈਠੇ ਹਾਂ ਵੀ ਇੱਥੇ ਸਾਰੇ ਆਪਾਂ ਆਪਣਾ ਟਾਈਮ ਕੱਢਿਆ ਲਾਇਆ, ਲੇਕਿਨ ਆਪਾਂ ਸੋਚਿਆ ਕਿ ਚਲੋ ਹੁਣ ਜਿਹੜੀ ਇੱਥੇ ਗੱਲ ਹੈ ਇਹਦੀ ਸੁਣੀਏ, ਨਹੀਂ ਲੈ ਮਨ ਤੁਹਾਨੂੰ ਉੱਥੇ ਟਿਕਣ ਨਹੀਂ ਦੇਗਾ। ਮਨ ਜਿਹੜਾ ਹੈ ਉਹਦੀ ਨੇਚਰ ਕੀ ਹੈ ਕਿ ਉਹ ਜਾਂ ਜਿਹੜੀਆਂ ਗੱਲਾਂ ਹੋ ਚੁੱਕੀਆਂ ਉਹਦੇ ਬਾਰੇ ਲੈ ਜਾਏਗਾ ਤੁਹਾਨੂੰ ਵੀ ਇੱਦਾਂ ਮੈਂ ਆਇਆ ਇੱਦਾਂ ਕਰ ਲੈਂਦਾ ਆਹ ਕਰ ਲੈਂਦਾ, ਜਾਂ ਤੁਹਾਨੂੰ ਚਿੰਤਾ ਵੀ ਇਸ ਤੋਂ ਬਾਅਦ ਕੀ ਹੋਣਾ। ਇਹ ਉਹਨੂੰ ਕਹਿੰਦੇ ਨੇ ਸਿਮਰਤੀ, ਜਿਹੜੀ ਪਿੱਛੇ ਜੋ ਕੁਝ ਹੋ ਚੁੱਕਾ ਤੇ ਜਿਹੜਾ ਭਵਿੱਖ ਹੈ ਜਿਹਨੂੰ ਕਲਪਨਾ ਕਹਿੰਦੇ। ਤਾਂ ਮਨ ਜਿਹੜਾ ਇੱਦਾਂ ਹੀ ਇੱਧਰੋਂ ਇੱਧਰ ਉਹ ਬੰਦਾ ਕਹਿੰਦਾ ਮੈਨੂੰ ਇੱਥੇ ਦੇ। ਗੁਰੂ ਸਾਹਿਬ ਕਹਿੰਦੇ ਇਕਾਗਰ ਹੁਣ ਹੋਵੋ ਜਿੱਥੇ ਇਹ ਹੈ। ਤੋ ਇਸ ਕਰਕੇ ਜਿਹੜਾ ਮਨ ਤੋਂ ਤੁਸੀਂ ਸੇਧ ਨਹੀਂ ਲੈ ਸਕਦੇ, ਲੇਕਿਨ ਮਨ ਦੀਆਂ ਜੋ ਗੁਰਬਾਣੀ ਦੱਸਦੇ ਕਿ 2 ਅਵਸਥਾਵਾਂ ਨੇ। ਜੇ ਮਨ ਜਿਹੜਾ ਇਹ ਮਨ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜਾ ਮਨ ਡਾਵਾਂਡੋਲ ਹੈ, ਇਹ ਮਨ ਜਿਹੜਾ ਇਨ ਮਨ ਕਿਹਾ ਗਿਆ ਇਸਨੂੰ, ਦੁਨਿਆਵੀ ਮਨ, ਦੁਨੀਆ ਦੇ ਝੰਜਟਾਂ 'ਚ ਫਸਿਆ ਹੋਇਆ ਮਨ। ਲੇਕਿਨ ਇੱਕ ਮਨ ਉਨਮਨ ਅਵਸਥਾ ਹੈ ਜਿਹੜੀ ਜਾਗਰਤ ਮਨ ਹੋ ਜਾਂਦਾ। ਜਦੋਂ ਮਨ ਜਾਗਰਤ ਹੋ ਜਾਂਦਾ ਹੈ ਤਾਂ ਫਿਰ ਉਹਦੀ ਸਮਰੱਥਾ ਜਿਹੜੀ ਹੈ ਪਰਮਾਤਮਾ ਵਰਗੀ ਹੋ ਜਾਂਦੀ। ਕਿਉਂਕਿ ਹੈ ਤਾਂ ਮਨ ਤੋਂ ਜੋਤ ਸਰੂਪ ਹੈ, ਉਹਦਾ ਮੂਲ। ਲੇਕਿਨ ਇਹ ਮਨ ਜਿਹੜਾ ਸਾਡਾ ਮਨ ਦੁਨਿਆਵੀ ਮਨ ਜਿਹੜਾ ਹੈ ਇਹ ਆਪਣੇ ਮੂਲ ਨਾਲੋਂ ਟੁੱਟਿਆ ਹੋਇਆ ਮਨ ਹੈ। ਇਹ ਆਪਣੇ ਮੂਲ ਨੂੰ ਨਾ ਪਛਾਣਨ ਵਾਲਾ ਮਨ ਹੈ। ਤਾਂ ਗੁਰਬਾਣੀ ਕਹਿੰਦੇ ਇਹ ਮਨ ਲੈ ਜੋ ਉਨਮਨ ਰਹੇ, ਜੇ ਇਸ ਮਨ ਨੂੰ ਉਸ ਅਵਸਥਾ 'ਚ ਲੈ ਜਾਓ, ਇਨ ਮਨ ਨੂੰ ਉਨਮਨ, ਤਾਂ 3 ਲੋਕ ਕੀ ਬਾतें ਕਹੇ, ਫਿਰ ਉਹਨੂੰ ਸਾਰੀ ਸੱਚਾਈ ਦਾ ਪਤਾ ਲੱਗ ਜਾਂਦਾ ਹੈ। 3 ਲੋਕ ਦਾ ਮਤਲਬ। ਤਾਂ ਇਹ ਜਿਹੜਾ ਹੈ ਮਨ ਨੂੰ ਜਾਗਰਤ ਜਿਹੜਾ ਕਰਨ ਵਾਲਾ ਜਿਹੜਾ ਫਲਸਫਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਕਿ ਆਪਣੇ ਮਨ ਨੂੰ ਦੁਨਿਆਵੀ ਮਨ 'ਚੋਂ ਕੱਢ ਕੇ ਜਾਗਰਤ ਕਰੋ। ਤਾਂ ਇਹ ਮਨਮੁਖ, ਇਹ ਗੁਰਮੁਖ ਹੈ ਜਿਹਦਾ ਮਨ ਜਾਗਰਤ ਹੋ ਗਿਆ। ਤਾਂ ਇਹ ਜਿਹੜਾ ਹੈ ਹੁਣ ਮੈਂ ਬਹੁਤ ਹੀ ਸੰਖੇਪ ਜਿਹੜੀਆਂ 3 ਅੱਜ ਦੇ ਮਨੁੱਖ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਕੇ ਸਮਾਪਤੀ ਕਰਾਂਗਾ ਕਿ ਅੱਜ ਦਾ ਮਨੁੱਖ ਦੇ 3 ਜਿਹੜੇ ਸਭ ਤੋਂ ਵੱਡੀਆਂ ਉਹਨੂੰ ਇਹ ਸਮੱਸਿਆਵਾਂ ਨੇ। ਇੱਕ ਤਾਂ ਮਨੁੱਖ ਡਰ 'ਚ ਜੀ ਰਿਹਾ, ਫੀਅਰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ। ਇੱਕ ਮਨੁੱਖ ਜਿਹੜਾ ਚਿੰਤਾਗ੍ਰਸਤ ਰਹਿੰਦਾ, ਐਂਗਜ਼ਾਇਟੀ ਨੂੰ ਅੰਗਰੇਜ਼ੀ ਦਾ ਸ਼ਬਦ ਹੈ। ਤੀਸਰੀ ਚੀਜ਼ ਕਿ ਬੰਦਾ ਅਸੁਰੱਖਿਅਤ ਮਹਿਸੂਸ ਕਰਦਾ, ਅੰਗਰੇਜ਼ੀ 'ਚ ਕਹਿੰਦਾ ਇਨਸਿਕਿਉਰਿਟੀ। ਇਹ 3 ਜਿਹੜੀਆਂ ਨਾ ਅੱਜ ਦੇ ਮਨੁੱਖ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਨੇ। ਇਹ ਤਿੰਨਾਂ ਦਾ ਹੀ ਬਹੁਤ ਹੀ ਸੰਖੇਪ ਹੱਲ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ 'ਚ ਹੈ ਔਰ ਇਹਦੀ ਜ਼ਿਕਰ ਕਰਕੇ ਮੈਂ ਸਮਾਪਤੀ ਕਰਾਂਗਾ ਕਿ ਪਹਿਲੀ ਚੀਜ਼ ਡਰ ਜਿਹੜਾ ਫੀਅਰ। ਹੁਣ ਡਰ ਜਿਹੜਾ ਹੈਗਾ 2 ਤਰ੍ਹਾਂ ਦਾ ਡਰ ਹੈ ਗੁਰਬਾਣੀ ਕਹਿੰਦੀ ਕਿ ਇੱਕ ਡਰ ਹੈ ਦੁਨੀਆ ਦਾ ਡਰ, ਮਾੜਾ ਡਰ ਜਿਹੜਾ ਅਸੀਂ ਦੁਨੀਆ 'ਚ ਹਰ ਵਕਤ ਡਰਦੇ ਆ ਨਾ ਹੋ ਜਾਏ ਨਾ ਹੋ ਜਾਏ, ਇਹ ਡਰ ਮਾੜੇ ਡਰ। ਇੱਕ ਡਰ ਹੈ ਜਿਹੜਾ ਪਰਮਾਤਮਾ ਦਾ ਡਰ। ਤਾਂ ਪਰਮਾਤਮਾ ਦਾ ਡਰ ਚੰਗਾ ਡਰ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਜਿਹੜੀ ਹੈ ਗੁਰੂ ਸਾਹਿਬ ਕਹਿੰਦੇ ਭੈ ਦੇ ਵਿੱਚ ਭੈ ਪਰਮਾਤਮਾ ਦਾ ਜਿਹੜਾ ਡਰ ਹੈ ਉਹ ਅਨੁਸ਼ਾਸਨ ਹੈ, ਡਿਸਿਪਲਿਨ ਹੈ। ਸਾਰੀ ਸ੍ਰਿਸ਼ਟੀ ਉਹਦੇ ਨਾਲ ਚੱਲ ਰਹੀ ਹੈ। ਉਹ ਤਾਂ ਗੁਰੂ ਸਾਹਿਬ ਕਹਿੰਦੇ ਬੜੀ ਅੱਛੀ ਚੀਜ਼ ਹੈ। ਤਾਂ ਕੀ ਕਰੋ ਆਪਣੇ ਡਰ ਤੋਂ ਮੁਕਤ ਹੋਣ ਦਾ ਰਸਤਾ ਕੀ ਗੁਰਬਾਣੀ ਦੱਸ ਰਹੀ ਹੈ। ਡੱਡਾ ਡਰ ਉਪਜੇ ਡਰ ਜਾਏ ਕਿ ਤੁਹਾਡੇ ਹਿਰਦੇ 'ਚ ਇੱਕ ਡਰ ਦੀ ਜਗ੍ਹਾ ਹੀ ਹੈ। ਚਾਹੇ ਤਾਂ ਇਹ ਦੁਨੀਆ ਦੇ ਡਰ ਨਾਲ ਤੋਂ ਵਸਾ ਲਓ ਉਹਦੇ 'ਚ, ਜੇ ਉਹ ਵਸਾ ਲੇ ਫਿਰ ਪਰਮਾਤਮਾ ਦਾ ਡਰ ਨਹੀਂ ਵਸੇਗਾ, ਉਹਦੇ ਲਈ ਜਗ੍ਹਾ ਨਹੀਂ ਹੋਏਗੀ। ਤਾਂ ਜਿਸ ਬੰਦੇ ਨੇ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਡਰ ਵਸਾ ਲਿਆ, ਦੁਨੀਆ ਦੇ ਡਰਾਂ ਦੇ ਫਿਰ ਉਹਦੇ ਜਗ੍ਹਾ ਨਹੀਂ ਬਚਦੀ, ਉਹ ਦੁਨੀਆ ਦੇ ਡਰਾਂ ਤੋਂ ਮੁਕਤ ਹੋ ਗਿਆ। ਡੱਡਾ ਡਰ ਉਪਜੇ ਡਰ ਜਾਏ, ਇਹ ਫਰਕ ਜਿਹੜਾ ਹੈ
ਗੁਰੂ ਸਾਹਿਬ ਦਾ ਜਿਹੜਾ ਇੱਕ ਫਾਰਮੂਲਾ ਹੈ ਸਿੰਪਲ। ਦੂਸਰੀ ਚੀਜ਼ ਚਿੰਤਾ। ਹੁਣ ਚਿੰਤਾ ਜਿਹੜੀ ਹਰ ਵਕਤ ਸਾਨੂੰ ਇਹ ਚਿੰਤਾ ਲੱਗੀ ਰਹਿੰਦੀ ਹੈ ਵੀ ਇਹ ਨਾ ਹੋ ਜਾਏ, ਇਹ ਨਾ ਹੋ ਜਾਏ, ਇਹ ਨਾ ਹੋ ਜਾਏ। ਤਾਂ ਇਹਦਾ ਵੀ ਜਿਹੜਾ ਹੱਲ ਹੈ ਬਹੁਤ ਸਾਦਾ ਸਾਨੂੰ ਦੱਸਿਆ ਕਿ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰ ਜਾਣ, ਕਿ ਹਰ ਵਕਤ ਜਿਹੜੀ ਜਿੱਦਾਂ ਸਾਡੇ ਅਸੀਂ ਚਿੰਤਾ ਕਰਦੇ ਰਹਿੰਦੇ ਹਾਂ ਇਹ ਨਾ ਹੋਏ, ਉਹਦੀ ਬਜਾਏ ਚਿੰਤਨ ਕਰੋ। ਚਿੰਤਾ ਨੂੰ ਚਿੰਤਨ 'ਚ ਬਦਲੋ। ਕਿਹਦਾ ਚਿੰਤਨ? ਉਸ ਪਰਮਾਤਮਾ ਦਾ। ਚਿੰਤਾ ਤੇ ਚਿੰਤਨ 'ਚ ਇਹ ਫਰਕ ਹੈ। ਚਿੰਤਾ ਜਿਹੜੀ ਹੈ ਉਹਦੇ 'ਚੋਂ ਨਿਕਲਦਾ ਕੁਛ ਨਹੀਂ, ਹੱਲ ਨਹੀਂ ਨਿਕਲਦਾ। ਸੋਚਾਂ ਕਹਿੰਦਾ ਨਾ ਪਾਪਾ ਕਹਿੰਦਾ ਬੰਦਾ ਸੋਚਾਂ ਡੁੱਬ ਗਿਆ ਸੋਚਾਂ 'ਚ, ਉਹ ਡੋਬ ਦਿੰਦੀ ਹੈ। ਚਿੰਤਨ ਜਿਹੜਾ ਬੰਦੇ ਨੂੰ ਡੁੱਬਦੇ ਨੂੰ ਤਾਰ ਦਿੰਦਾ ਹੈ। ਜਦੋਂ ਤੁਸੀਂ ਚਿੰਤਨ ਤੁਹਾਨੂੰ ਹੱਲ ਦੱਸਦਾ ਆਪਣੀ ਮੁਸ਼ਕਿਲ 'ਚੋਂ ਨਿਕਲਣ ਦਾ, ਤਾਂ ਚਿੰਤਾ ਨੂੰ ਚਿੰਤਨ ਦੇ ਵਿੱਚ ਬਦਲ ਦਿਓ। ਚਿੰਤਨ ਕਿਹਦਾ? ਉਸ ਪਰਮਾਤਮਾ ਦਾ। ਤਾਂ ਸਾਸ ਕਿਸ ਤਰ੍ਹਾਂ ਕਿ ਤਿੰਨ ਚੀਜ਼ਾਂ ਆਪਾਂ ਕਰ ਸਕਦੇ ਹਾਂ। ਇੱਕ ਉਸ ਪਰਮਾਤਮਾ ਨੂੰ ਜਪ ਸਕਦੇ ਹਾਂ। ਜਪਣਾ ਕੀ ਹੈ? ਜ਼ੁਬਾਨ ਦੇ ਨਾਲ ਜਪਣਾ, ਇੱਕ ਉਦਮ ਕਰਨਾ ਪੈਂਦਾ ਜਪਣ ਦੇ। ਉਸ ਤੋਂ ਬਾਅਦ ਸਿਮਰਨ ਕੀ ਹੈ? ਸਾਸਾਂ ਦੀ ਪ੍ਰਕਿਰਿਆ ਹੈ। ਤਾਂ ਸਾਸ ਲਈ ਤੁਹਾਨੂੰ ਕੋਈ ਉਦਮ, ਇੱਥੇ ਆਪਾਂ ਸਾਰੇ ਬੈਠੇ ਸਾਹ ਆ ਹੀ ਜਾ ਰਿਹਾ, ਇਹ ਕੁਦਰਤੀ ਪ੍ਰਕਿਰਿਆ ਹੈ। ਤਾਂ ਜੇ ਅਸੀਂ ਚਿੰਤਨ ਨੂੰ ਸਵਾਸਾਂ ਨਾਲ ਜੋੜ ਲਾਂਗੇ ਤੇ ਫਿਰ ਸਾਨੂੰ ਉਹਦੇ ਲਈ ਕੋਈ ਉਦਮ ਨਹੀਂ ਕਰਨਾ ਪਏਗਾ। ਜੋ ਮਰਜ਼ੀ ਕਰੀ ਜਾਵਾਂਗੇ, ਅਸੀਂ ਜੋ ਵੀ ਕਰੀ ਜਾਵਾਂਗੇ, ਉਹ ਆਪਣੇ ਆਪ ਹੀ ਜਿਹੜਾ ਤੁਹਾਡਾ ਸਾਸ, ਤੇ ਤੁਹਾਨੂੰ ਜਿਹੜਾ ਹੈ ਉਹ ਹਮੇਸ਼ਾ ਉਸ ਪਰਮਾਤਮਾ ਦੇ ਨਾਲ, ਸਰਬ ਸ਼ਕਤੀਮਾਨ ਦੇ ਨਾਲ, ਤੇ ਤੁਹਾਡੀ ਚਿੰਤਾ ਆਪੇ ਹੀ ਨਿਵਾਰੀ ਗਈ। ਜਦ ਤੁਹਾਨੂੰ ਪਤਾ ਹੈ ਕਿ ਮੈਂ ਤਾਂ ਉਹਦੇ ਨਾਲ ਜੁੜਿਆ ਜਿਹੜਾ ਸਰਬ ਸਮਰੱਥ ਹੈ, ਜਿਹੜਾ ਸਭ ਕੁਝ, ਮੈਂ ਕਾਹਦੇ ਲਈ ਸੋਚਾਂ। ਨਾਨਕ ਚਿੰਤਾ ਮਤ ਕਰ, ਚਿੰਤਾ ਤਿਸੀ ਹੈ। ਤਾਂ ਇਹ ਜਿਹੜੀ ਚਿੰਤਾ ਹੈ, ਪਰਮਾਤਮਾ ਤੁਹਾਡੀ ਚਿੰਤਾ ਕਰੇ, ਤੁਹਾਨੂੰ ਚਿੰਤਾ ਕਰਨ ਦੀ ਕੀ ਲੋੜ ਹੈ? ਇਹ ਗੁਰਬਾਣੀ ਸਾਨੂੰ ਦੱਸ ਰਹੀ ਹੈ। ਚਿੰਤਾ ਤਾਂ ਕਿ ਕੀਜੀਏ ਜੋ ਅਨਹੋਣੇ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨੇ ਕੋਈ। ਤਾਂ ਚਿੰਤਾ ਤੁਸੀਂ ਜਿਹੜੀ ਕਿਸ ਚੀਜ਼ ਦੀ ਕਰਦੇ ਹੋ? ਗੁਰੂ ਸਾਹਿਬ ਕਹਿੰਦੇ ਇਹ ਕਰਦੇ ਹੋ ਮੈਂ ਮਰ ਜਾਣਾ, ਤੇ ਕਿ ਮਰਨਾ ਕਿਸੇ ਕੋਈ ਇਹੋ ਜਿਹਾ ਹੈ ਜਿਹਨੇ ਨਹੀਂ ਮਰਨਾ, ਜਿਹੜਾ ਜੰਮਿਆ ਉਹਨੇ ਮਰਨਾ ਹੈ। ਤਾਂ ਇਹ ਅਣਹੋਣੀ ਗੱਲ ਫਿਰ ਕਾਹਦੀ ਹੈ? ਜੇ ਕਿਸੇ ਦੀ ਮੌਤ ਹੋ ਜਾਂਦੀ ਇਹਦੀ ਅਣਹੋਣੀ ਕੀ ਹੈ? ਤਾਂ ਇਹੋ ਜਿਹੀ ਗੱਲਾਂ ਦੀ ਚਿੰਤਾ ਕਿਉਂ ਕਰਦੇ ਹੋ ਜਿਹੜੀ ਤੁਹਾਨੂੰ ਪਤਾ ਹੀ ਹੈ ਕਿ ਹੋਣੀ ਹੈ? ਹਾਂ, ਹੋਣੀ ਤੇ ਅਣਹੋਣੀ 'ਚ ਹੀ ਫਰਕ ਹੈ। ਹੋਣੀ ਨੇ ਤਾਂ ਹੋਣਾ ਹੈ, ਤੇ ਅਣਹੋਣੀ ਜਿਹੜੀ, ਤੂੰ ਅਣਹੋਣੀ ਤਾਂ ਕੋਈ ਚੀਜ਼ ਨਹੀਂ ਨਾ ਹੋਈ। ਜੇ ਕੋਈ ਮਰ ਗਿਆ ਤੇ ਇਹ ਤਾਂ ਜਿਹੜਾ ਜੰਮਿਆ ਉਹਨੇ ਮਰਨਾ ਹੀ ਸੀ। ਸੋ ਗੁਰਬਾਣੀ ਕਹਿੰਦੇ ਕਿ ਇਹ ਤੁਹਾਨੂੰ ਜਿਹੜੀਆਂ ਸਮਝਾਈਆਂ ਗਈਆਂ ਨੇ ਗੱਲਾਂ। ਆਖਰੀ ਗੱਲ ਇਨਸਿਕਿਉਰਿਟੀ ਦੀ, ਅਸੁਰੱਖਿਆ ਦੀ, ਕਿ ਅਸੀਂ ਜਿਹੜਾ ਹੈ ਹਰ ਵਕਤ ਕਹਿੰਦੇ ਕਿ ਸਾਨੂੰ ਆਸਰਾ ਲੱਭ ਪਏ ਕਿਸੇ ਦਾ। ਤਾਂ ਆਸਰਾ ਸੀ ਕਿਹਦਾ? ਕੋਈ ਕਹਿੰਦਾ ਹਾਂ ਮੈਂ ਪੈਸਾ ਕਮਾ ਲਾਂ ਜਿੰਨਾ ਮਰਜ਼ੀ, ਤੇ ਫਿਰ ਮੈਨੂੰ ਮਤਲਬ ਜਿਹੜਾ ਆਸਰਾ ਪੈਸੇ ਦਾ ਹੋ ਜਾਏਗਾ। ਲੇਕਿਨ ਗੁਰੂ ਸਾਹਿਬ ਕਹਿੰਦੇ ਕਿ ਪੈਸੇ ਨਾਲ ਤਾਂ ਕਿਸੇ ਨੇ ਆਸਰਾ ਨਹੀਂ ਮਿਲਦਾ। ਜੇ ਜ਼ਿਆਦਾ ਪੈਸਾ ਆ ਗਿਆ ਤਾਂ ਵੀ ਚਿੰਤਾ ਹੋ ਜਾਏਗੀ ਕੋਈ ਖੋ ਨਾ ਲਵੇ। ਜੇ ਥੋੜਾ ਹੋਏਗਾ ਤੇ ਫਿਰ ਤੁਹਾਨੂੰ ਇਹ ਹੋਏਗੀ ਵੀ ਕਿਤੋਂ ਪੈਸਾ ਕਮਾ ਕੇ ਲਿਆਓ। ਤਾਂ ਨਾ ਪੈਸਾ ਜਿਹੜਾ ਗੁਰਬਾਣੀ ਕਹਿੰਦੇ ਜ਼ਿਆਦਾ ਹੈ ਤਾਂ ਵੀ ਚਿੰਤਾ, ਜੇ ਥੋੜਾ ਹੈ ਤਾਂ ਵੀ ਚਿੰਤਾ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ। ਦੋਹੂ ਵਿਵਸਥਾ ਤੋਂ ਜੋ ਮੁਕਤਾ ਸੋਈ ਸਵੇਲਾ ਭਾਲ। ਪੈਸੇ ਨਾਲ ਤਾਂ ਨਹੀਂ, ਜ਼ਿਆਦਾ ਖੋਣ ਦਾ ਜ਼ਿਆਦਾ, ਥੋੜੀ ਆ ਤੇ ਲਿਆਓ ਕਿਤੋਂ ਕਮਾ ਕੇ, ਤੂੰ ਨਹੀਂ। ਗੁਰਬਾਣੀ ਕਹਿੰਦੇ ਇਹਦੇ ਚੋਂ ਨਿਕਲਣ ਦਾ ਚੱਕਰ ਹੈ ਕਿ ਸੰਤੁਲਨ ਕਰੋ, ਬੈਲੈਂਸ ਕਰੋ। ਇਹ ਥੋੜੀ ਔਰ ਘਾਟੇ ਦੀ ਚੀਜ਼ ਤੋਂ ਬਾਹਰ ਜਾਓ। ਤਾਂ ਫਿਰ ਪੈਸੇ ਦਾ ਵੀ ਆਸਰਾ ਨਹੀਂ। ਫਿਰ ਅਸੀਂ ਕਹਿੰਦੇ ਕਿ ਕੋਈ ਵੱਡੇ ਬੰਦੇ ਨਾਲ ਜਿਹੜੇ ਬੜੇ ਤਾਕਤਵਰ, ਜਿਹੜੇ ਜਿਨ੍ਹਾਂ ਦਾ ਬੜਾ ਰਸੂਖ ਹੈ, ਉਹਨਾਂ ਦੇ ਨਾਲ ਜੁੜ ਜਾਈਏ ਤਾਂ ਸਾਨੂੰ ਜਿਹੜੀ ਸੁਰੱਖਿਅਤ ਅਸੀਂ ਮਹਿਸੂਸ ਹੋਏ, ਸਾਨੂੰ ਸੁਰੱਖਿਆ ਮਹਿਸੂਸ ਹੋਏਗੀ। ਤਾਂ ਗੁਰਬਾਣੀ ਇਸ ਦਾ ਬਿਲਕੁਲ ਖੰਡਨ ਕਰਦੀ ਹੈ। ਉਹ ਕਹਿੰਦਾ ਜਿਸ ਮਾਨਕ ਪੇ ਕਰੋ ਬੇਨਤੀ ਸੋ ਆਪਣੇ, ਉਹ ਤਾਂ ਆਪਣੇ ਡਰ 'ਚ ਗੁਆਚਿਆ। ਜਿਨ੍ਹਾਂ ਤੋਂ ਵੱਡੇ ਜੋ ਦਿਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ। ਮਾਨਕ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਤਾਂ ਗੁਰੂ ਸਾਹਿਬ ਕਹਿੰਦੇ ਵੀ ਜੇ ਸਿਕਿਉਰਿਟੀ ਮਿਲਣੀ ਹੈ ਤੇ ਕਿੱਥੋਂ ਮਿਲਣੀ ਹੈ? ਧਰ ਜੀ ਰੇ ਇੱਕ ਟੇਕ ਤੂੰ, ਲਾਹੇ ਬਡਾਨੇ ਆਸ, ਨਾਨਕ ਨਾਮ ਤੇ ਆਈਏ ਘਰ ਜਾਵੇ ਰਾਸ। ਤਾਂ ਸਿਕਿਉਰਿਟੀ ਉਸ ਇੱਕ ਤੋਂ ਮਿਲਣੀ ਹੈ। ਤੇ ਆਖਰੀ ਜਿਹੜੀ ਗੱਲ ਇੱਥੇ ਖਤਮ ਹੁੰਦੀ ਹੈ ਕਿ ਗੁਰੂ ਸਾਹਿਬ ਨੇ ਜਿਹੜਾ ਹੈ ਇੱਕ ਨਾਲ ਜੁੜਨ ਦੀ ਗੱਲ ਕੀਤੀ ਹੈ, ਕਿ ਸਾਰਾ ਗੁਰੂ ਦਾ ਫਲਸਫਾ ਜਿਹੜਾ ਹੈ ਇੱਕ ਦੀ ਗੱਲ ਕਰਦਾ ਹੈ ਵੀ ਇਹ ਸਾਰੀਆਂ ਸਮੱਸਿਆਵਾਂ ਦੇ ਮਨੁੱਖ ਦਾ ਹੱਲ ਜਿਹੜਾ ਇੱਕ ਦੇ ਵਿੱਚ ਪਿਆ। ਔਰ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਜਿਹੜਾ ਇੱਕ ਤੋਂ ਸ਼ੁਰੂ ਹੁੰਦਾ ਹੈ, ਔਰ ਦੁਨੀਆ 'ਚ ਕੋਈ ਹੋਰ ਫਲਸਫਾ ਨਹੀਂ ਹੈ।
ਜਿਹੜਾ ਇੱਕ ਬਾਰੇ ਇੰਨਾ ਸਪਸ਼ਟ ਹੈ ਕਿ ਇੱਕ ਜਿਹੜਾ ਹੈ ਸਾਡਾ ਹਿਸਾਬ ਦਾ ਇੱਕ ਹੈ, ਮੈਥਮੈਟਿਕਸ ਦਾ ਇੱਕ ਹੈ, ਉਹਦੀ ਹੋਰ ਕੋਈ ਇੱਕ ਤੋਂ ਬਿਨਾਂ ਵਿਆਖਿਆ ਹੋ ਹੀ ਨਹੀਂ ਸਕਦੀ। ਇੱਕ ਸਾਰੀ ਗੁਰੂ ਸਾਹਿਬ ਕਹਿੰਦੇ ਇੱਕ ਜਿਹੜੀ ਸਾਰੀ ਸ੍ਰਿਸ਼ਟੀ ਇੱਕ ਦਾ ਹੀ ਪਸਾਰ ਹੈ, ਜਿਹਨੂੰ ਕੋਈ ਦੂਜਾ ਨਜ਼ਰ ਆ ਰਿਹਾ ਉਹ ਗਲਤ ਉਹ ਭਰਮ ਦੇ ਵਿੱਚ ਹੈ। ਤਾਂ ਇਹ ਹੈ ਆਖਰੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਉਸ ਇੱਕ ਦਾ ਫਲਸਫਾ ਹੈ, ਗੁਰੂ ਨਾਨਕ ਦਾ ਫਲਸਫਾ ਇੱਕ ਦਾ ਫਲਸਫਾ ਹੈ। ਉਸ ਨਾਲ ਜੁੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਸਵਰਾਜ ਸਿੰਘ ਜੀ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਆਪ ਕੱਢ ਕੇ ਇਸ ਨਗਰ ਦੀ ਸ਼ਾਨ ਵਧਾਈ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬਾਬਾ ਜੀ